सत श्री अकाल दोस्तों, वेलकम टू डोर स्टैप एजुकेशन पॉइंट। उम्मीद करदा तुसीं सारे वधिया होवोगे। अज दी वीडियो विच असीं पीएस टैट दा जिहड़ा सिलेबस है जी ਉਹਦੇ ਵਿੱਚ ਵੀ ਆਪਾਂ ਪੈਡਾਗੋਜੀ ਦੇ ਪੋਰਸ਼ਨ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਪੀਐਸ ਟੈਟ ਪੇਪਰ 1 ਐਂਡ ਪੀਐਸ ਟੈਟ ਦਾ ਜਿਹੜਾ ਪੇਪਰ 2 ਹੁੰਦਾ ਹੈ ਜੀ, ਦੋਨਾਂ ਲਈ ਹੀ ਯੂਸਫੁਲ ਹੈ। ਵਾਰ-ਵਾਰ ਸਟੂਡੈਂਟ ਪੁੱਛਣ ਲੱਗ ਜਾਂਦੇ ਨੇ ਕਿ ਸਰ ਜਿਹੜੀ ਆਪਾਂ ਪੈਡਾਗੋਜੀ ਦੀ ਵੀਡੀਓ ਵੇਖ ਰਹੇ ਹਾਂ ਕਿ ਇਹ ਵੀਡੀਓ ਪੇਪਰ 1 ਲਈ ਹੈ ਜਾਂ ਫਿਰ ਪੇਪਰ 2 ਲਈ ਹੈ। ਪੈਡਾਗੋਜੀ ਦਾ ਜਿਹੜਾ ਪੋਰਸ਼ਨ ਹੈ ਜੀ ਸੀਡੀਪੀ ਦਾ, ਇਹ ਪੇਪਰ 1 ਦੇ ਵਿੱਚ ਵੀ ਆਉਂਦਾ ਹੈ ਤੇ ਪੇਪਰ 2 ਦੇ ਵਿੱਚ ਵੀ ਆਉਂਦਾ ਹੈ। ਆਪਣੀਆਂ ਵੀਡੀਓਜ਼ ਜਿਹੜੀਆਂ ਅੱਜ ਤੋਂ ਬਾਅਦ ਆਉਣਗੀਆਂ ਪੈਡਾਗੋਜੀ ਦੀਆਂ, ਉਹ ਪੇਪਰ 1 ਐਂਡ ਪੇਪਰ 2 ਦੋਨਾਂ ਦਾ ਹੀ ਸਿਲੇਬਸ ਕਵਰ ਕਰਨਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੈਡਾਗੋਜੀ ਦਾ ਜਿਹੜਾ ਪੋਰਸ਼ਨ ਹੈ ਪੇਪਰ ਦੇ ਵਿੱਚ ਕਿੰਨੇ ਨੰਬਰਾਂ ਦਾ ਆਉਂਦਾ ਹੈ। ਜੇਕਰ ਤੁਸੀਂ ਧਿਆਨ ਨਾਲ ਵੇਖਦੇ ਹੋ, ਜੇਕਰ ਤੁਸੀਂ ਇਸ ਪੀਡੀਐਫ ਨੂੰ ਵੇਖ ਰਹੇ ਹੋ, ਤੁਸੀਂ ਕਹੋਗੇ ਕਿ ਸਰ ਪੈਡਾਗੋਜੀ ਆਉਂਦੀ ਹੈ ਜੀ 30 ਨੰਬਰਾਂ ਦੀ। ਪਰ ਕੀ ਇਹ ਗੱਲ ਸਹੀ ਹੈ? ਬਿਲਕੁਲ ਨਹੀਂ। ਪੈਡਾਗੋਜੀ ਤੁਹਾਡੇ ਪੇਪਰ ਦੇ ਵਿੱਚ ਭਾਵੇਂ ਉਹ ਪੀਐਸ ਟੈਟ ਦਾ ਪੇਪਰ ਹੋਵੇ ਜਾਂ ਫਿਰ ਉਹ ਸੀ ਟੈਟ ਦਾ ਪੇਪਰ ਹੋਵੇ, ਉਹਦੇ ਵਿੱਚ ਲਗਭਗ 70 ਤੋਂ 80 ਨੰਬਰ ਦੀ ਜਿਹੜੀ ਪੈਡਾਗੋਜੀ ਦੇ ਜਿਹੜੇ ਪ੍ਰਸ਼ਨ ਹੁੰਦੇ ਨੇ ਜੀ, ਉਹ ਪੁੱਛੇ ਜਾਂਦੇ ਨੇ। ਕਿਵੇਂ ਪੁੱਛੇ ਜਾਂਦੇ ਨੇ ਇਹਦੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ। ਸਿਲੇਬਸ ਨੂੰ ਵੀ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲੈਂਦੇ ਹਾਂ ਕਿ ਪੀਐਸ ਟੈਟ ਦੇ ਵਿੱਚ ਪਾਸ ਹੋਣ ਲਈ ਤੁਹਾਨੂੰ ਕਿੰਨੇ ਨੰਬਰਾਂ ਦੀ ਲੋੜ ਹੁੰਦੀ ਹੈ। ਪੀਐਸ ਟੈਟ ਦੇ ਵਿੱਚ ਜੇਕਰ ਤੁਸੀਂ ਪਾਸ ਹੋਣਾ ਹੈ ਤੇ ਤੁਹਾਨੂੰ 90 ਨੰਬਰਾਂ ਦੀ ਲੋੜ ਪੈਂਦੀ ਹੈ ਜੇਕਰ ਤੁਸੀਂ ਜਨਰਲ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ। ਅਦਰਵਾਈਜ਼ ਜਿਹੜੇ ਰਿਜ਼ਰਵਡ ਕੈਟਾਗਰੀ ਵਾਲੇ ਸਟੂਡੈਂਟਸ ਹੁੰਦੇ ਨੇ, ਉਹਨਾਂ ਦੇ ਜੇਕਰ 82 ਨੰਬਰ ਵੀ ਆ ਜਾਣ ਤੇ ਉਹਨਾਂ ਦਾ ਜਿਹੜਾ ਪੇਪਰ ਹੈ ਜੀ ਕੁਆਲੀਫਾਈ ਮੰਨਿਆ ਜਾਂਦਾ ਹੈ। ਹੁਣ ਆਪਾਂ ਗੱਲ ਕਰ ਰਹੇ ਸੀਗੇ ਪੀਐਸ ਟੈਟ ਤੇ ਸਿਲੇਬਸ ਦੀ। ਪੀਐਸ ਟੈਟ ਦਾ ਜਿਹੜਾ ਪੇਪਰ 1 ਐਂਡ ਪੇਪਰ 2 ਹੁੰਦਾ ਹੈ, ਦੋਨਾਂ ਹੀ ਪੇਪਰਾਂ ਦੇ ਵਿੱਚ ਜਿਹੜੇ 90 ਨੰਬਰ ਹੁੰਦੇ ਨੇ ਜੀ, ਉਹ ਕਾਮਨ ਨੰਬਰ ਹੁੰਦੇ ਨੇ। 90 ਨੰਬਰ ਕੀ ਹੁੰਦੇ ਨੇ ਜੀ? ਕਾਮਨ ਹੁੰਦੇ ਨੇ। ਜਿਵੇਂ ਕਿ ਪਹਿਲਾ ਜਿਹੜਾ ਸੈਕਸ਼ਨ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਸੀਡੀਪੀ ਦਾ। ਸੀਡੀਪੀ ਆਉਂਦੀ ਹੈ ਜੀ 30 ਨੰਬਰਾਂ ਦੀ। 150 ਨੰਬਰਾਂ ਦਾ ਇਹ ਟੋਟਲ ਪੇਪਰ ਹੁੰਦਾ ਹੈ, ਪੇਪਰ 1 ਐਂਡ ਪੇਪਰ 2। ਸੀਡੀਪੀ ਆਉਂਦੀ ਹੈ ਜੀ 30 ਨੰਬਰਾਂ ਦੀ। ਫਿਰ ਉਸ ਤੋਂ ਬਾਅਦ ਆਉਂਦੀ ਹੈ ਜੀ ਪੰਜਾਬੀ, ਜਿਹੜਾ ਕਿ ਕੰਪਲਸਰੀ ਹੁੰਦਾ ਹੈ। ਪੇਪਰ 1 ਐਂਡ ਪੇਪਰ 2 ਦੋਨਾਂ ਦੇ ਵਿੱਚ ਹੀ ਤੁਹਾਨੂੰ ਪੰਜਾਬੀ ਦਾ ਜਿਹੜਾ ਵਿਸ਼ਾ ਹੈ ਜੀ ਉਹ ਵੇਖਣ ਨੂੰ ਮਿਲਦਾ ਹੈ। ਜੇਕਰ ਆਪਾਂ ਗੱਲ ਕਰਦੇ ਹਾਂ ਸੈਕਸ਼ਨ 3 ਦੀ, ਉਹਦੇ ਵਿੱਚ ਤੁਹਾਨੂੰ ਇੰਗਲਿਸ਼ ਪੁੱਛੀ ਜਾਂਦੀ ਹੈ। ਇੰਗਲਿਸ਼ ਵੀ 30 ਨੰਬਰਾਂ ਦੀ ਆਉਂਦੀ ਹੈ ਤੇ ਇਹ ਵੀ ਪੇਪਰ 1 ਦੇ ਵਿੱਚ ਤੇ ਪੇਪਰ 2 ਦੇ ਵਿੱਚ ਦੋਨਾਂ ਦੇ ਵਿੱਚ ਪੁੱਛੀ ਜਾਂਦੀ ਹੈ। ਤੇ ਜਿਹੜਾ ਰਹਿ ਗਿਆ ਅਗਲਾ ਪੋਰਸ਼ਨ, ਜਿਹਨੂੰ ਤੁਸੀਂ ਪੋਰਸ਼ਨ ਨੰਬਰ 4 ਤੇ ਗਿਣ ਸਕਦੇ ਹੋ, ਉਹਦੇ ਵਿੱਚ ਜੇਕਰ ਆਪਾਂ ਪੇਪਰ 1 ਦੀ ਗੱਲ ਕਰੀਏ, ਉਹਦੇ ਵਿੱਚ ਤੁਹਾਡੇ ਤੋਂ ਮੈਥਮੈਟਿਕਸ ਐਂਡ ਇਨਵਾਇਰਨਮੈਂਟ, ਮੈਥ ਐਂਡ ਇਨਵਾਇਰਨਮੈਂਟ ਨੂੰ ਜਦੋਂ ਤੁਸੀਂ ਪਲੱਸ ਕਰ ਦਿੰਦੇ ਹੋ ਜੀ, ਤੁਹਾਡੇ ਨੰਬਰ ਬਣ ਜਾਂਦੇ ਨੇ ਟੋਟਲ 150। ਇਸੇ ਤਰ੍ਹਾਂ ਹੀ ਪੇਪਰ 2 ਦੇ ਵਿੱਚ ਸੀਡੀਪੀ ਤਾਂ ਆਉਂਦੀ ਹੀ ਹੈ, ਇਸ ਦੇ ਨਾਲ ਪੰਜਾਬੀ ਐਂਡ ਇੰਗਲਿਸ਼ ਆਉਂਦੀ ਹੈ। 3 ਸੈਕਸ਼ਨ, ਇਹਨਾਂ ਦਾ ਜੋੜ ਬਣ ਜਾਂਦਾ ਹੈ ਜੀ 90 ਮਾਰਕਸ। 90 ਮਾਰਕਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਐਸਐਸਟੀ ਕੰਬੀਨੇਸ਼ਨ ਵਾਲੇ ਸਟੂਡੈਂਟਸ ਦਾ ਜਿਹੜੇ ਮਾਰਕਸ ਹੁੰਦੇ ਨੇ ਜੀ, ਉਹ ਬਣ ਜਾਂਦੇ ਨੇ 60। ਤੇ ਬਾਕੀ ਜਿਹੜੇ ਮੈਥ ਸਾਇੰਸ ਵਾਲੇ ਸਟੂਡੈਂਟ ਹੁੰਦੇ ਨੇ, ਉਹਨਾਂ ਦੇ 30 + 30 ਉਹ ਵੀ ਬਣ ਜਾਂਦੇ ਨੇ ਜੀ 60। ਸੋ ਇਹ ਆਪਾਂ ਗੱਲ ਕਰ ਲਈ ਕਿ ਕੁਝ ਇਸ ਤਰ੍ਹਾਂ ਦਾ ਜਿਹੜਾ ਪੇਪਰ ਪੈਟਰਨ ਹੈ ਜੀ, ਇਹ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਹੁਣ ਮੈਂ ਤੁਹਾਨੂੰ ਇਹ ਸਮਝਾਉਣ ਜਾ ਰਿਹਾ ਸੀਗਾ ਕਿ 70 ਤੋਂ ਲੈ ਕੇ 80 ਨੰਬਰ ਦੀ ਪੈਡਾਗੋਜੀ ਕਿੱਥੋਂ ਪੁੱਛੀ ਜਾਂਦੀ ਹੈ। 30 ਨੰਬਰ ਤੁਹਾਡੇ ਸਾਹਮਣੇ ਹੈ ਜੀ, ਜਿਹੜੀ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਜਿਹੜੀ ਪੁੱਛੀ ਜਾਂਦੀ ਹੈ। ਇਹ ਸਾਰਿਆਂ ਦੇ ਕਾਮਨ ਨੰਬਰ ਹੀ ਹੁੰਦੇ ਨੇ, ਕਾਮਨ ਸਬਜੈਕਟਸ ਹੀ ਹੁੰਦੇ ਨੇ। ਜੇਕਰ ਆਪਾਂ ਪੰਜਾਬੀ ਐਂਡ ਇੰਗਲਿਸ਼ ਦੀ ਗੱਲ ਕਰੀਏ, ਪੰਜਾਬੀ ਦੇ ਵਿੱਚ ਤੁਹਾਡੇ ਤੋਂ 2 ਕੰਪਰੀਹੈਂਸ਼ਨ ਪੁੱਛੇ ਜਾਂਦੇ ਨੇ। ਉਹਦੇ ਵਿੱਚ ਤੁਸੀਂ ਵੇਖ ਕੇ ਹੀ ਜਵਾਬ ਦੇਣੇ ਹੁੰਦੇ ਆ। ਉਹ ਕਿੰਨੇ ਨੰਬਰਾਂ ਦੇ ਬਣ ਜਾਂਦੇ ਨੇ ਜੀ? ਇਹ ਬਣ ਜਾਂਦੇ ਨੇ 15 ਨੰਬਰਾਂ ਦੇ। ਇਸੇ ਤਰ੍ਹਾਂ ਹੀ ਇੰਗਲਿਸ਼ ਦੇ ਵਿੱਚ ਵੀ, ਇੰਗਲਿਸ਼ ਜਿਹੜਾ ਵਿਸ਼ਾ ਹੁੰਦਾ ਹੈ ਉਹਦੇ ਵਿੱਚ ਵੀ ਤੁਹਾਡੇ ਤੋਂ 2 ਕੰਪਰੀਹੈਂਸ਼ਨ ਭਾਵ 2 ਪੈਰਾਗ੍ਰਾਫ ਤੁਹਾਡੇ ਤੋਂ ਪੁੱਛੇ ਜਾਂਦੇ ਨੇ, ਜਿਹਦੇ ਵਿੱਚ ਤੁਸੀਂ 15 ਨੰਬਰ ਲੈ ਸਕਦੇ ਹੁੰਦੇ ਹੋ। ਕੁੱਲ ਮਿਲਾ ਕੇ ਇਹ 15 ਨੰਬਰਾਂ ਦਾ ਪੇਪਰ ਤੁਹਾਨੂੰ ਵੇਖਣ ਨੂੰ ਮਿਲਦਾ ਹੈਗਾ ਇੰਗਲਿਸ਼ ਸੈਕਸ਼ਨ ਦੇ ਵਿੱਚ, ਜੇਕਰ ਆਪਾਂ ਕੰਪਰੀਹੈਂਸ਼ਨ ਦੀ ਗੱਲ ਕਰੀਏ। ਤੇ ਬਾਕੀ 15-15 ਕੀ ਆਉਂਦੀ ਹੈ ਜੀ? ਬਾਕੀ ਜੇਕਰ ਆਪਾਂ 15-15 ਮਾਰਕਸ ਦੀ ਗੱਲ ਕਰੀਏ, ਜਿਵੇਂ ਕਿ 15 ਨੰਬਰ ਦੇ ਤਾਂ ਕੰਪਰੀਹੈਂਸ਼ਨ ਆ ਗਏ ਪੰਜਾਬੀ ਵਿੱਚ, 15 ਨੰਬਰ ਦੇ ਇੰਗਲਿਸ਼ ਵਿੱਚ ਆ ਗਏ ਕੰਪਰੀਹੈਂਸ਼ਨ। ਬਾਕੀ ਜਿਹੜੇ ਰਹਿ ਗਏ ਜੀ 15-15 ਮਾਰਕਸ, ਕੁੱਲ ਮਿਲਾ ਕੇ ਬਣ ਗਏ ਜੀ 30 ਮਾਰਕਸ। 30 ਮਾਰਕਸ ਦੀ ਕੀ ਆਉਂਦੀ ਹੈ ਜੀ? 30 ਮਾਰਕਸ ਦੀ ਆਉਂਦੀ ਹੈ ਜੀ ਪੈਡਾਗੋਜੀ। ਤੇ ਇਹ ਪੈਡਾਗੋਜੀ ਤੁਹਾਡੇ ਤੋਂ ਕਿੱਥੋਂ ਪੁੱਛੀ ਜਾਂਦੀ ਹੈ? ਇਹ ਪੈਡਾਗੋਜੀ ਤੁਹਾਡੀ ਸਬਜੈਕਟ ਦੀ ਪੈਡਾਗੋਜੀ ਹੁੰਦੀ ਹੈ ਐਂਡ ਇਹ ਪੈਡਾਗੋਜੀ ਤੁਹਾਡੇ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਤੋਂ ਹੀ ਸੰਬੰਧਿਤ ਹੁੰਦੀ ਹੈ। ਭਾਵ ਇਹ ਕਿ ਜਿਹੜਾ ਤੁਸੀਂ ਜਰਨਲ ਜਿਹੜੇ ਟੌਪਿਕਸ ਪੜ੍ਹਦੇ ਹੋ ਨਾ ਪੈਡਾਗੋਜੀ ਦੇ ਵਿੱਚ, ਜਿਵੇਂ ਕਿ ਮੈਂ ਤੁਹਾਨੂੰ ਹੁਣੇ ਟੌਪਿਕਾਂ ਦੇ ਨਾਮ ਵੀ ਦੱਸੂਗਾ, ਉਸ ਤੋਂ ਹੀ ਸੰਬੰਧਿਤ ਇਹ ਜਿਹੜੀ ਪੈਡਾਗੋਜੀ ਹੈਗੀ ਆ ਜੀ, ਉਹਨੂੰ ਸਬਜੈਕਟ ਤੋਂ ਰਿਲੇਟ ਕਰਕੇ ਤੁਹਾਡੇ ਤੋਂ ਇਹਨਾਂ ਸਬਜੈਕਟ ਦੇ ਵਿੱਚ, ਜਿਵੇਂ ਕਿ ਪੰਜਾਬੀ ਹੋ ਗਈ, ਇੰਗਲਿਸ਼ ਹੋ ਗਈ, ਈਵਨ ਮੈਥ ਐਂਡ ਸਾਇੰਸ ਦੇ ਵਿੱਚ, ਐਸਐਸਟੀ ਦੇ ਵਿੱਚ ਐਂਡ ਤੇ ਜਿਹੜਾ ਤੁਹਾਡਾ ਇਨਵਾਇਰਨਮੈਂਟ ਸਬਜੈਕਟ ਰਹਿ ਗਿਆ ਜੀ, ਇਹਨਾਂ ਦੇ ਵਿੱਚ ਹੀ ਤੁਹਾਡੇ ਤੋਂ ਜਿਹੜੇ ਪੈਡਾਗੋਜੀ ਦੇ ਜਿਹੜੇ ਪ੍ਰਸ਼ਨ ਨੇ ਜੀ, ਉਹ ਪੁੱਛੇ ਜਾਂਦੇ ਨੇ ਇਹਨਾਂ ਸਬਜੈਕਟਾਂ ਨਾਲ ਰਿਲੇਟ ਕਰਕੇ। ਸੋ ਜਦੋਂ ਤੁਸੀਂ ਇਹਨਾਂ ਪੈਡਾਗੋਜੀ ਵਾਲੇ ਨੰਬਰਾਂ ਦੀ ਕਾਊਂਟਿੰਗ ਕਰਦੇ ਹੋ ਤੇ ਕਿੰਨੇ ਨੰਬਰ ਬਣ ਜਾਂਦੇ ਨੇ, ਤੁਸੀਂ ਜੇਕਰ ਗਿਣੋਗੇ ਕਿ ਜੇਕਰ ਆਪਾਂ ਸੀਡੀਪੀ ਦੇ 30 ਕੁਐਸਚਨ ਨੂੰ ਗਿਣ ਲਿਆ, 30 ਤੋਂ ਬਾਅਦ ਜੇਕਰ ਆਪਾਂ ਇੰਗਲਿਸ਼ ਦੇ 15 ਕੁਐਸਚਨ ਨੂੰ ਗਿਣ ਲਈਏ, ਪੰਜਾਬੀ ਦੇ ਪੈਡਾਗੋਜੀ ਦੇ 15 ਕੁਐਸਚਨ ਨੂੰ ਗਿਣ ਲੈਂਦੇ ਆ, ਉਸ ਤੋਂ ਬਾਅਦ ਮੰਨ ਲਓ ਕਿ ਤੁਸੀਂ ਪੇਪਰ 1 ਦੀ ਤਿਆਰੀ ਕਰ ਰਹੇ ਸੀਗੇ ਐਂਡ ਪੇਪਰ
2 ਦੇ ਵਿੱਚ ਤਾਂ ਚਲੋ ਸਬਜੈਕਟ ਡਿਫਰੈਂਟ ਹੁੰਦੇ ਨੇ। ਮੈਂ ਇੱਕ ਪਹਿਲਾਂ ਤੁਹਾਨੂੰ ਪੇਪਰ 1 ਦੀ ਐਗਜ਼ਾਮਪਲ ਦੇ ਕੇ ਦੱਸਦਾ। ਜਿਵੇਂ ਪੇਪਰ 1 ਦੇ ਵਿੱਚ ਤੁਹਾਨੂੰ ਇਨਵਾਇਰਨਮੈਂਟ ਐਂਡ ਮੈਥਸ ਵੇਖਣ ਨੂੰ ਮਿਲਦਾ ਹੈ। ਸੋ ਆਪਾਂ ਮੋਟਾ ਹਿਸਾਬ ਲਗਾ ਲੈਂਦੇ ਆ ਕਿ ਪੰਜਾਬੀ ਐਂਡ ਇੰਗਲਿਸ਼ ਦੇ ਨੰਬਰ ਤਾਂ ਆਪਾਂ ਪਲੱਸ ਕਰ ਦਿੱਤੇ ਆ ਪੈਡਾਗੋਜੀ ਦੇ, ਪੰਜਾਬੀ ਐਂਡ ਇੰਗਲਿਸ਼ ਦੇ। ਇਸ ਤੋਂ ਬਾਅਦ ਇਨਵਾਇਰਨਮੈਂਟ ਐਂਡ ਮੈਥ ਦੇ ਜਿਹੜੇ ਨੰਬਰ ਹੈਗੇ ਨੇ, ਮੰਨ ਲਓ ਇਹਨਾਂ ਦੇ ਵਿੱਚੋਂ 20 ਨੰਬਰ ਦੀ ਵੀ ਪੈਡਾਗੋਜੀ ਆ ਗਈ ਤੇ ਇਹਨਾਂ ਦਾ ਸਾਰਿਆਂ ਦਾ ਜਿਹੜਾ ਜੋੜ ਬਣ ਗਿਆ ਜੀ, ਉਹ ਬਣ ਗਿਆ ਜੀ ਜੋੜ ਲਗਭਗ 80। ਐਂਡ ਤੁਹਾਨੂੰ ਜਿਹੜੇ ਪਾਸ ਹੋਣ ਲਈ ਤੁਹਾਨੂੰ ਨੰਬਰ ਚਾਹੀਦੇ ਹੁੰਦੇ ਨੇ ਜੀ ਪੀਐਸ ਟੈਟ ਦੀ ਪ੍ਰੀਖਿਆ ਵਿੱਚ, ਉਹ ਸਿਰਫ 90 ਨੰਬਰ ਹੀ ਚਾਹੀਦੇ ਹੁੰਦੇ ਨੇ। ਜੇਕਰ ਤੁਹਾਡੇ ਕੋਲ ਪੈਡਾਗੋਜੀ ਦੇ ਸਬਜੈਕਟ ਦੀ ਨੌਲੇਜ ਬਹੁਤ ਹੀ ਚੰਗੀ ਤਰ੍ਹਾਂ ਹੈ ਤੇ ਤੁਸੀਂ ਇਸ ਐਗਜ਼ਾਮ ਨੂੰ ਬੜੇ ਹੀ ਸੌਖੇ ਤਰੀਕੇ ਨਾਲ ਪਾਸ ਕਰ ਸਕਦੇ ਹੋ। ਸਬਜੈਕਟ ਦੀ ਜੇਕਰ ਆਪਾਂ ਗੱਲ ਕਰੀਏ ਪੇਪਰ 2 ਦੀ, ਇਹਦੇ ਵਿੱਚ ਵੀ ਤੁਹਾਨੂੰ 30 ਨੰਬਰਾਂ ਦੀ ਪੈਡਾਗੋਜੀ ਵੇਖਣ ਨੂੰ ਮਿਲੇਗੀ। 15 ਨੰਬਰ ਦੀ ਪੈਡਾਗੋਜੀ ਪੰਜਾਬੀ ਪੈਡਾਗੋਜੀ ਦੀ ਹੋਏਗੀ, 15 ਨੰਬਰ ਦੀ ਇੰਗਲਿਸ਼ ਪੈਡਾਗੋਜੀ ਦੇ ਨੰਬਰ ਹੋਣਗੇ। ਉਸ ਤੋਂ ਬਾਅਦ ਜੇਕਰ ਤੁਸੀਂ ਮੈਥ ਸਾਇੰਸ ਰੱਖਿਆ ਹੋਇਆ ਹੈ ਤੇ 20 ਨੰਬਰ ਦੇ ਤੁਹਾਨੂੰ ਮੈਥ ਸਾਇੰਸ ਦੇ ਵੇਖਣ ਨੂੰ ਮਿਲ ਜਾਣਗੇ। ਉਹੀ ਜੇਕਰ ਆਪਾਂ ਗੱਲ ਕਰਦੇ ਹਾਂ, ਜੇਕਰ ਤੁਹਾਡੇ ਕੋਲ ਐਸਐਸਟੀ ਵਿਸ਼ਾ ਹੈਗਾ ਤੇ 15 ਤੋਂ ਲੈ ਕੇ 20 ਨੰਬਰ ਦੀ ਪੈਡਾਗੋਜੀ ਉੱਥੋਂ ਪੁੱਛੀ ਜਾਣੀ ਹੈ। ਸੋ ਕੁੱਲ ਮਿਲਾ ਕੇ ਇਹ ਵੀ ਕਿੰਨੇ ਨੰਬਰ ਬਣ ਗਏ? ਇਹ ਵੀ ਬਣ ਗਏ ਜੀ ਤੁਹਾਡੇ ਲਗਭਗ 20 ਨੰਬਰ। ਸੋ ਇੱਧਰ ਵੀ ਵੇਖੋ ਪੇਪਰ 2 ਦੇ ਵਿੱਚ ਵੀ ਤੁਹਾਨੂੰ ਲਗਭਗ 80 ਨੰਬਰਾਂ ਦੀ ਪੈਡਾਗੋਜੀ ਪੁੱਛੀ ਜਾਂਦੀ ਹੈ। ਜੇਕਰ ਤੁਸੀਂ ਪੀਐਸ ਟੈਟ ਦੀ ਪ੍ਰੀਖਿਆ ਪਾਸ ਕਰਨੀ ਹੈ ਤੇ ਤੁਹਾਨੂੰ ਜਿਹੜਾ ਪੈਡਾਗੋਜੀ ਦਾ ਜਿਹੜਾ ਸਬਜੈਕਟ ਹੈ ਜੀ, ਉਹ ਬੜੇ ਹੀ ਧਿਆਨ ਨਾਲ ਪੜ੍ਹਨਾ ਪਵੇਗਾ। ਹੁਣ ਆਪਾਂ ਜਿਹੜਾ ਸਿਲੇਬਸ ਹੈ ਜੀ ਉਹਨੂੰ ਡਿਸਕਸ ਕਰ ਲੈਂਦੇ ਆ ਕਿ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚ ਤੁਹਾਨੂੰ ਕਿਹੜੇ ਟੌਪਿਕ ਨੇ ਜੀ ਇਹ ਵੇਖਣ ਨੂੰ ਮਿਲਦੇ ਨੇ। ਜਿਵੇਂ ਕਿ ਚਾਈਲਡ ਡਿਵੈਲਪਮੈਂਟ ਦੇ ਵਿੱਚ, ਬਾਲ ਵਿਕਾਸ ਦੇ ਵਿੱਚ, ਤੇ ਦੋਸਤੋ ਬਾਲ ਵਿਕਾਸ ਆਪਾਂ ਪੇਪਰ 1 ਲਈ ਵੀ ਪੜ੍ਹਨਾ ਹੈ ਤੇ ਪੇਪਰ 2 ਲਈ ਵੀ ਪੜ੍ਹਨਾ ਹੈ। ਸੋ ਇਹਨਾਂ ਦੋਵਾਂ ਦੇ ਵਿੱਚ ਤੁਹਾਨੂੰ ਡਿਫਰੈਂਸ ਕੀ ਵੇਖਣ ਨੂੰ ਮਿਲਦਾ? ਪ੍ਰਾਇਮਰੀ ਲੈਵਲ ਵਾਲੀ ਜਿਹੜੀ ਚਾਈਲਡ ਡਿਵੈਲਪਮੈਂਟ ਹੋਏਗੀ ਜੀ, ਉਹਦੇ ਵਿੱਚ ਤੁਸੀਂ ਛੋਟੇ ਬੱਚਿਆਂ ਦਾ ਬਾਲ ਵਿਕਾਸ ਪੜ੍ਹੋਗੇ। ਬਾਕੀ ਜੇਕਰ ਆਪਾਂ ਗੱਲ ਕਰਦੇ ਹਾਂ ਪੇਪਰ 2 ਦੀ, ਪੇਪਰ 2 ਦੇ ਵਿੱਚ ਤੁਸੀਂ ਵੱਡੇ ਬੱਚਿਆਂ ਦਾ ਜਿਹੜਾ ਬਾਲ ਵਿਕਾਸ ਹੁੰਦਾ ਹੈ ਉਹ ਤੁਸੀਂ ਪੜ੍ਹਨਾ ਹੈ, ਉਹਦੀ ਪੈਡਾਗੋਜੀ ਤੁਸੀਂ ਪੜ੍ਹੋਗੇ। ਕਿਉਂਕਿ ਛੋਟੇ ਬੱਚਿਆਂ ਨੂੰ ਹੈਂਡਲ ਕਰਨ ਲਈ ਤੁਹਾਨੂੰ ਪੈਡਾਗੋਜੀ ਜਾਂ ਫਿਰ ਮੈਥਡ ਆਫ ਟੀਚਿੰਗ ਦੀ ਜਿਹੜੀ ਲੋੜ ਪੈਂਦੀ ਹੈ ਉਹ ਡਿਫਰੈਂਟ ਹੁੰਦੀ ਹੈ ਐਜ਼ ਕੰਪੇਅਰ ਟੂ ਜਿਹੜੇ ਆਪਣੇ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਜਿਹੜੇ ਬੱਚੇ ਹੁੰਦੇ ਨੇ, ਉਹਨਾਂ ਨੂੰ ਆਪਾਂ ਡਿਫਰੈਂਟ ਵੇਜ਼ ਨਾਲ ਪੜ੍ਹਾਉਂਦੇ ਆ, ਡਿਫਰੈਂਟ ਪੈਡਾਗੋਜੀ ਨਾਲ ਪੜ੍ਹਾਉਂਦੇ ਆ। ਗੱਲ ਕਰ ਰਹੇ ਸੀ ਆਪਾਂ ਚਾਈਲਡ ਡਿਵੈਲਪਮੈਂਟ ਦੀ। ਚਾਈਲਡ ਡਿਵੈਲਪਮੈਂਟ ਦੇ ਵਿੱਚ ਜੇਕਰ ਮੰਨ ਲਓ ਆਪਾਂ ਬੱਚਿਆਂ ਨੂੰ ਪੜ੍ਹਾਉਣਾ ਹੈਗਾ, ਸੋ ਇਹਦੇ ਵਿੱਚ ਆਪਾਂ ਨੂੰ ਇਹ ਸਾਰੇ ਟੌਪਿਕ ਪੜ੍ਹਨੇ ਪੈਣਗੇ, ਫਿਰ ਹੀ ਆਪਾਂ ਬੱਚਿਆਂ ਦੀ ਜਿਹੜੀ ਪੈਡਾਗੋਜੀ ਜਾਂ ਫਿਰ ਉਹਨਾਂ ਦਾ ਜਿਹੜਾ ਮਾਨਸਿਕ ਵਿਕਾਸ ਹੈਗਾ, ਉਹਨਾਂ ਦੀ ਮੈਂਟਲ ਐਬਿਲਿਟੀ ਹੈਗੀ ਹੈ ਜੀ, ਸਮਝ ਸਕਦੇ ਹਾਂ। ਪਹਿਲਾ ਟੌਪਿਕ ਹੈ ਕਨਸੈਪਟ ਆਫ ਡਿਵੈਲਪਮੈਂਟ ਐਂਡ ਇਟਸ ਰਿਲੇਸ਼ਨਸ਼ਿਪ ਵਿਦ ਲਰਨਿੰਗ, ਕਿ ਜਿਹੜਾ ਵਿਕਾਸ ਦਾ ਜਿਹੜਾ ਕੰਸੈਪਟ ਹੈ ਜੀ ਤੇ ਇਹਦਾ ਲਰਨਿੰਗ ਨਾਲ ਇਹਦਾ ਕੀ ਸੰਬੰਧ ਹੈ ਜੀ, ਇਹਦੇ ਬਾਰੇ ਪੜਾਂਗੇ। ਪ੍ਰਿੰਸੀਪਲ ਆਫ ਡਿਵੈਲਪਮੈਂਟ ਆਫ ਚਿਲਡਰਨ, ਕਿ ਵਿਕਾਸ ਦੇ ਜਿਹੜੇ ਸਿਧਾਂਤ ਹੁੰਦੇ ਨੇ ਬੱਚਿਆਂ ਦੇ ਵਿਕਾਸ ਦੇ ਸਿਧਾਂਤ ਬਾਰੇ ਪੜਾਂਗੇ। ਇਨਫਲੂਐਂਸ ਆਫ ਹੈਰੀਡਿਟੀ ਐਂਡ ਇਨਵਾਇਰਨਮੈਂਟ, ਹੈਰੀਡਿਟੀ ਐਂਡ ਇਨਵਾਇਰਨਮੈਂਟ ਦਾ ਕੀ ਪ੍ਰਭਾਵ ਪੈਂਦਾ ਹੈ ਜੇਕਰ ਆਪਾਂ ਬੱਚੇ ਦੇ ਵਿਕਾਸ ਦੀ ਗੱਲ ਕਰਦੇ ਹਾਂ। ਸੋਸ਼ਲਾਈਜੇਸ਼ਨ ਪ੍ਰੋਸੈਸ, ਸਮਾਜੀਕਰਨ ਦਾ ਜਿਹੜੀ ਪ੍ਰਕਿਰਿਆ ਹੈਗੀ ਹੈ ਜੀ। ਸੋਸ਼ਲ ਵਰਲਡ ਐਂਡ ਚਿਲਡਰਨ, ਟੀਚਰ, ਪੇਰੈਂਟਸ ਐਂਡ ਪੀਅਰਸ, ਇਹਨਾਂ ਤਿੰਨਾਂ ਦਾ ਕੀ ਰੋਲ ਹੈ ਬੱਚੇ ਦੇ ਵਿਕਾਸ ਵਿੱਚ। ਕੁਝ ਥਿਊਰੀਜ਼ ਵੀ ਹੈਗੀਆਂ ਨੇ ਜੀ, ਜਿਵੇਂ ਕਿ ਪਿਆਜੇ ਦੀ ਥਿਊਰੀ ਹੋ ਗਈ, ਕੋਲਸਬਰਗ ਦੀ ਥਿਊਰੀ ਹੋ ਗਈ, ਵਾਈਗੋਟਸਕੀ ਦੀ ਥਿਊਰੀ ਹੋ ਗਈ, ਕੰਸਟਰਕਟਸ ਐਂਡ ਕ੍ਰਿਟੀਕਲ ਪਰਸਪੈਕਟਿਵ, ਕਿ ਇਹਨਾਂ ਦੀਆਂ ਜਿਹੜੀਆਂ ਥਿਊਰੀਆਂ ਨੇ ਉਹ ਕਿਵੇਂ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਜੇਕਰ ਆਪਾਂ ਬੱਚਿਆਂ ਦੀ ਜ਼ਿੰਦਗੀ ਵਿੱਚ ਗੱਲ ਕਰਦੇ ਹਾਂ। ਤੇ ਇਹਨਾਂ ਦੀ ਜਿਹੜੀਆਂ ਥਿਊਰੀਆਂ ਇਹਨਾਂ ਨੇ ਦਿੱਤੀਆਂ ਹੋਈਆਂ, ਉਹਨਾਂ ਦਾ ਕ੍ਰਿਟੀਕਲ ਪਰਸਪੈਕਟਿਵ ਕੀ ਹੈ, ਇਹਦੇ ਬਾਰੇ ਵੀ ਪੜਾਂਗੇ। ਕੰਸੈਪਟ ਆਫ ਚਾਈਲਡ ਸੈਂਟਰਡ ਐਂਡ ਪ੍ਰੋਗਰੈਸਿਵ ਐਜੂਕੇਸ਼ਨ, ਅੱਜ ਕੱਲ੍ਹ ਦੀ ਜਿਹੜੀ ਟੀਚਿੰਗ ਹੈਗੀ ਹੈ ਉਹ ਕੀ ਹੈ ਜੀ, ਚਾਈਲਡ ਸੈਂਟਰਡ ਐਜੂਕੇਸ਼ਨ ਹੈਗੀ ਹੈ। ਸੋ ਚਾਈਲਡ ਸੈਂਟਰਡ ਐਜੂਕੇਸ਼ਨ ਬਾਰੇ ਵੀ ਪੜਾਂਗੇ, ਕਿਉਂਕਿ ਅੱਜ ਕੱਲ੍ਹ ਆਪਾਂ ਜਿਹੜੇ ਟੀਚਰ ਹੈਗੇ ਨੇ ਜੀ ਉਹ ਬੱਚਿਆਂ ਦੀ ਨੀਡਸ ਦੇ ਅਕੋਰਡਿੰਗ ਚੇਂਜ ਹੁੰਦੇ ਆ, ਜਿਹਦੇ ਕਰਕੇ ਚਾਈਲਡ ਸੈਂਟਰਡ ਐਜੂਕੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ। ਕ੍ਰਿਟੀਕਲ ਪਰਸਪੈਕਟਿਵ ਆਫ ਕੰਸਟਰਕਟ ਆਫ ਇੰਟੈਲੀਜੈਂਸ ਦੀਆਂ ਕੁਝ ਥਿਊਰੀਆਂ ਹੋਣਗੀਆਂ ਜੀ, ਕ੍ਰਿਟੀਕਲ ਪਰਸਪੈਕਟਿਵ ਇਹਦਾ ਪੜਾਂਗੇ। ਮਲਟੀ ਡਾਇਮੈਂਸ਼ਨਲ ਜਿਹੜੀਆਂ ਇੰਟੈਲੀਜੈਂਸ ਦੀਆਂ ਥਿਊਰੀਆਂ ਹੈਗੀਆਂ ਨੇ ਉਹਨਾਂ ਨੂੰ ਆਪਾਂ ਪੜਾਂਗੇ। ਲੈਂਗੁਏਜ ਐਂਡ ਥਾਟ, ਇਹ ਜਿਹੜਾ ਟੌਪਿਕ ਹੈਗਾ ਇਹ ਤੁਹਾਡੇ ਲੈਂਗੁਏਜ ਦਾ ਜਿਹੜਾ ਸਬਜੈਕਟ ਹੈ, ਜਿਵੇਂ ਕਿ ਤੁਹਾਡੀ ਇੰਗਲਿਸ਼ ਐਂਡ ਪੰਜਾਬੀ ਦਾ ਜਿਹੜਾ ਸਬਜੈਕਟ ਹੈ ਨਾ, ਉਹਦੇ ਵਿੱਚ ਜਿਹੜੀ ਪੈਡਾਗੋਜੀ ਹੋਏਗੀ ਇਹ ਟੌਪਿਕ ਉੱਥੇ ਕਾਫੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰੇਗਾ ਕਿ ਭਾਸ਼ਾ ਦਾ ਵਿਕਾਸ ਤੇ ਜਿਹੜਾ ਤੁਹਾਡੇ ਵਿਚਾਰ ਨੇ ਜੀ ਉਹਨਾਂ ਦਾ ਵਿਕਾਸ ਬੱਚਿਆਂ ਵਿੱਚ ਕਿਵੇਂ ਕੀਤਾ ਜਾਂਦਾ ਹੈ। ਜੈਂਡਰ ਐਜ਼ ਅ ਸੋਸ਼ਲ ਕੰਸਟਰਕਟ, ਜੈਂਡਰ ਰੋਲਸ, ਜੈਂਡਰ ਬਾਇਸ, ਐਜੂਕੇਸ਼ਨਲ ਪ੍ਰੈਕਟਿਸ, ਕਿ ਜਿਹੜਾ ਜੈਂਡਰ ਹੈ ਜੀ ਇਹ ਮਤਲਬ ਜਿਵੇਂ ਕਿ ਆਪਾਂ ਲੋਕਾਂ ਨੇ ਬਣਾਇਆ ਹੋਇਆ, ਸੋ ਇਸੇ ਤਰ੍ਹਾਂ ਹੀ ਜੈਂਡਰ ਰੋਲਸ, ਜੈਂਡਰ ਬਾਇਸ, ਜਿਹੜਾ ਵੀ ਭੇਦਭਾਵ ਵਗੈਰਾ ਕੀਤਾ ਜਾਂਦਾ ਹੈ ਤੇ ਸਿੱਖਿਆ ਦੇ ਵਿੱਚ ਕੀ ਕੁਝ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਜੀ, ਇਹਦੇ ਬਾਰੇ ਪੜਾਂਗੇ। ਉਸ ਤੋਂ ਬਾਅਦ ਆ ਗਿਆ ਇੰਡੀਵਿਜੂਅਲ ਡਿਫਰੈਂਸ ਅਮੰਗ ਲਰਨਰਸ, ਅੰਡਰਸਟੈਂਡਿੰਗ ਡਿਫਰੈਂਸਸ ਬੇਸਡ ਔਨ ਡਾਇਵਰਸਿਟੀ ਆਫ ਲੈਂਗੁਏਜ, ਕਾਸਟ, ਜੈਂਡਰ, ਕਮਿਊਨਿਟੀ, ਰਿਲੀਜਨ ਐਕਸੈਟਰਾ। ਦੋਸਤੋ ਜਿਹੜੇ ਆਪਣੇ ਲਰਨਰਸ ਹੁੰਦੇ ਨੇ, ਕਈ ਵਾਰ ਤੁਸੀਂ ਵੇਖਿਆ ਹੋਣਾ ਹੈ ਜਿਹੜੇ ਬੱਚੇ ਹੁੰਦੇ ਨੇ
ਕੁਝ ਬੱਚੇ ਕਾਫੀ ਇੰਟੈਲੀਜੈਂਟ ਹੁੰਦੇ ਨੇ, ਕੁਝ ਬੱਚੇ ਥੋੜੇ ਜਿਹੇ ਸਲੋ ਲਰਨਰ ਹੁੰਦੇ ਨੇ, ਕੁਝ ਬੱਚੇ ਮੀਡੀਓਕਰ ਟਾਈਪ ਦੇ ਸਟੂਡੈਂਟ ਹੁੰਦੇ ਨੇ। ਮਤਲਬ ਇਹ ਕਿ ਆਪਾਂ ਨੂੰ ਉਹਨਾਂ ਦੀ ਨੀਡਸ ਦੇ ਅਕੋਰਡਿੰਗ ਉਹਨਾਂ ਤੇ ਧਿਆਨ ਦੇਣਾ ਪੈਂਦਾ ਤੇ ਆਪਾਂ ਉਹਨਾਂ ਦੀਆਂ ਨੀਡਸ ਦੇ ਅਕੋਰਡਿੰਗ ਉਹਨਾਂ ਤੇ ਧਿਆਨ ਫਿਰ ਹੀ ਦੇ ਸਕਦੇ ਹਾਂ ਜੇਕਰ ਆਪਾਂ ਨੂੰ ਇੰਡੀਵਿਜੂਅਲ ਡਿਫਰੈਂਸ ਬਾਰੇ ਪਤਾ ਹੋਊਗਾ, ਜੇਕਰ ਆਪਾਂ ਇਹਨਾਂ ਚੀਜ਼ਾਂ ਬਾਰੇ ਪੜ੍ਹਿਆ ਹੋਊਗਾ। ਸੋ ਇਹ ਵੀ ਤੁਹਾਡਾ ਟੌਪਿਕ ਹੈਗਾ ਕਿ ਇੰਡੀਵਿਜੂਅਲ ਜਿਹੜਾ ਡਿਫਰੈਂਸ ਤੁਹਾਨੂੰ ਵੇਖਣ ਨੂੰ ਮਿਲਦਾ ਹੈਗਾ, ਬੱਚਿਆਂ ਦੇ ਵਿੱਚ ਜਿਹੜੀਆਂ ਭਿੰਨਤਾਵਾਂ ਵੇਖਣ ਨੂੰ ਮਿਲਦੀਆਂ ਨੇ ਉਹਨਾਂ ਨੂੰ ਸਮਝਣਾ ਕਿਵੇਂ ਆ ਜੀ। ਜਿਹੜੀ ਕਿ ਡਾਇਵਰਸਿਟੀ ਆਫ ਲੈਂਗੁਏਜ ਹੈਗੀ ਹੈ, ਭਾਸ਼ਾ ਦੇ ਵਿੱਚ ਵੀ ਭਿੰਨਤਾ ਹੋ ਸਕਦੀ ਆ। ਕੀ ਪਤਾ ਕੋਈ ਬੱਚਾ ਉੜੀਸਾ ਤੋਂ ਆਇਆ ਹੋਵੇ, ਕਿਸੇ ਹੋਰ ਸਟੇਟ ਤੋਂ ਆਇਆ ਹੋਵੇ, ਉਹਨੂੰ ਪੰਜਾਬੀ ਨਾ ਆਉਂਦੀ ਹੋਵੇ, ਫਿਰ ਤੁਸੀਂ ਐਜ਼ ਅ ਟੀਚਰ ਬੱਚਿਆਂ ਨੂੰ ਕਿਵੇਂ ਹੈਂਡਲ ਕਰੋਗੇ, ਕਿਵੇਂ ਉਹਨਾਂ ਨੂੰ ਚੀਜ਼ਾਂ ਨੂੰ ਸਮਝਾਓਗੇ। ਕਿਸੇ ਹੋਰ ਕਾਸਟ ਦਾ ਬੱਚਾ ਹੋ ਸਕਦਾ ਹੈ, ਜੈਂਡਰ ਦਾ ਹੋ ਸਕਦਾ ਹੈ, ਕਮਿਊਨਿਟੀ ਦਾ ਹੋ ਸਕਦਾ ਹੈ, ਧਰਮ ਦਾ ਹੋ ਸਕਦਾ ਹੈ। ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਬੱਚਿਆਂ ਨੂੰ ਕਿਵੇਂ ਸਾਂਭ ਸਕਦੇ ਹੋ, ਇਹਦੇ ਬਾਰੇ ਵੀ ਆਪਾਂ ਪੜਾਂਗੇ। ਡਿਸਟਿੰਕਸ਼ਨ ਬਿਟਵੀਨ ਅਸੈਸਮੈਂਟ ਫॉर ਲਰਨਿੰਗ, ਅਸੈਸਮੈਂਟ ਆਫ ਲਰਨਿੰਗ, ਸਕੂਲ ਬੇਸਡ ਅਸੈਸਮੈਂਟ, ਕੰਟੀਨਿਊਅਸ ਐਂਡ ਕੰਪਰੀਹੈਂਸ਼ਨ ਇਵੈਲੂਏਸ਼ਨ, ਪਰਸਪੈਕਟਿਵ ਐਂਡ ਪ੍ਰੈਕਟਿਸ। ਇਹਦੇ ਬਾਰੇ ਵੀ ਆਪਾਂ ਜ਼ਰੂਰ ਪੜਾਂਗੇ ਕਿ ਜਿਹੜਾ ਵੀ ਮੁਲਾਂਕਣ ਵਗੈਰਾ ਕੀਤਾ ਜਾਂਦਾ ਹੈਗਾ, ਇਹਦੇ ਬਾਰੇ ਵੀ ਇਹਦੀ ਜਿਹੜੀ ਇੰਪੋਰਟੈਂਸ ਹੈਗੀ ਆ ਬੱਚਿਆਂ ਦੇ ਵਿੱਚ ਤੇ ਆਪਣੀ ਟੀਚਰਸ ਦੀ ਜ਼ਿੰਦਗੀ ਵਿੱਚ, ਇਹਦੇ ਬਾਰੇ ਜ਼ਰੂਰ ਪੜਾਂਗੇ ਅਸੀਂ। ਫਾਰਮੂਲੇਟਿੰਗ ਐਪਰੋਪ੍ਰੀਏਟ ਕੁਐਸਚਨ ਫॉर ਅਸੈਸਿੰਗ ਰੈਡੀਨੈਸ ਲੈਵਲ ਆਫ ਲਰਨਰਸ, ਫॉर एनहांसिंग लर्निंग एंड क्रिटिकल थिंकिंग इन द क्लासरूम एंड असेसिंग लर्नर अचीवमेंट। कि जो कुछ भी ਆਪਾਂ ਬੱਚਿਆਂ ਨੂੰ ਪੜਾਉਨੇ ਆ ਉਸ ਤੋਂ ਬਾਅਦ ਜਿਹੜਾ ਬੱਚੇ ਦਾ ਜਿਹੜਾ ਵਿਕਾਸ ਹੈਗਾ, ਜਿਹੜੀ ਉਹਦੀ ਕ੍ਰਿਟੀਕਲ ਥਿੰਕਿੰਗ ਹੈਗੀ, ਆਪਾਂ ਕਿਸ ਤਰ੍ਹਾਂ ਨਾਲ ਡਿਵੈਲਪ ਕਰ ਸਕਦੇ ਆ। ਮਤਲਬ ਆਪਾਂ ਉਹਨੂੰ ਜਦੋਂ ਚੈੱਕ ਕਰਨਾ ਕਿਵੇਂ ਆਪਾਂ ਚੈੱਕ ਕਰਾਂਗੇ, ਇਹਨਾਂ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਕਰਾਂਗੇ। ਦੂਜੇ ਨੰਬਰ ਤੇ ਆਉਂਦਾ ਹੈ ਜੀ ਇਨਕਲੂਸਿਵ ਐਜੂਕੇਸ਼ਨ, ਸਮਾਵੇਸ਼ੀ ਸਿੱਖਿਆ ਜਿਹਨੂੰ ਤੁਸੀਂ ਕਹਿੰਦੇ ਹੋ। ਸਮਾਵੇਸ਼ੀ ਦੇ ਵਿੱਚ ਤੁਸੀਂ ਸਾਰੇ ਬੱਚਿਆਂ ਨੂੰ ਇਨਕਲੂਡ ਕਰਦੇ ਹੋ। ਇਨਕਲੂਡ ਕਰਨ ਤੋਂ ਭਾਵ ਇਹ ਹੈ ਕਿ ਕੋਈ ਬੱਚਾ ਅਮੀਰ ਹੋ ਸਕਦਾ, ਕੋਈ ਬੱਚਾ ਗਰੀਬ ਹੋ ਸਕਦਾ, ਕੋਈ ਬੱਚਾ ਕਿਸੇ ਦੇ ਹੱਥ ਪੈਰ ਚੰਗੀ ਤਰ੍ਹਾਂ ਨਾ ਕੰਮ ਕਰਦੇ ਹੋਣ, ਕੋਈ ਬੱਚਾ ਹੈਂਡੀਕੈਪ ਹੋ ਸਕਦਾ ਹੈ। ਸੋ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ ਹੈ ਦੱਸਿਆ ਵੀ ਹੋਇਆ ਇੱਥੇ। ਐਡਰੈਸਿੰਗ ਲਰਨਰ ਫਰੋਮ ਡਾਇਵਰਸ ਬੈਕਗਰਾਉਂਡਸ ਇਨਕਲੂਡਿੰਗ ਡਿਸਐਡਵਾਂਟੇजेस ਐਂਡ ਡਿਪਰਾਈਵਡ। ਜਿਹੜੇ ਬੱਚੇ ਕਿਸੇ ਡਾਇਵਰਸ ਬੈਕਗਰਾਉਂਡ ਤੋਂ ਸੰਬੰਧ ਰੱਖ ਸਕਦੇ ਨੇ, ਕੁਝ ਬੱਚੇ ਗਰੀਬ ਹੋ ਸਕਦੇ ਨੇ, ਕਈਆਂ ਦੇ ਜਿਹੜੇ ਹੈਂਡੀਕੈਪ ਟਾਈਪ ਦੇ ਵਿੱਚ ਆ ਸਕਦੇ ਨੇ, ਇਹਨਾਂ ਨੂੰ ਆਪਾਂ ਕਿਵੇਂ ਹੈਂਡਲ ਕਰ ਸਕਦੇ ਹਾਂ। ਐਡਰੈਸਿੰਗ ਦ ਨੀਡਸ ਆਫ ਚਿਲਡਰਨ ਵਿਦ ਲਰਨਿੰਗ ਡਿਫਿਕਲਟੀਜ਼ ਇੰਪੇਅਰਮੈਂਟ। ਮੰਨ ਲਓ ਕਿਸੇ ਬੱਚੇ ਨੂੰ ਸੁਣ ਨਹੀਂ ਰਿਹਾ, ਸੋ ਤੁਸੀਂ ਉਸ ਬੱਚੇ ਦੀਆਂ ਜਿਹੜੀਆਂ ਨੀਡਸ ਨੇ ਉਹ ਕਿਵੇਂ ਕੰਪਲੀਟ ਕਰੋਗੇ। ਮੰਨ ਲਓ ਤੁਸੀਂ ਉਹਨੂੰ ਕੋਈ ਚੈਪਟਰ ਪੜ੍ਹਾ ਰਹੇ ਹੋ, ਕਿਵੇਂ ਪੜ੍ਹਾਓਗੇ ਤੁਸੀਂ ਉਹਨੂੰ। ਪਿਕਚਰਸ ਦੀ ਵਰਤੋਂ ਕਰ ਸਕਦੇ ਹੋ। ਸੋ ਇਸ ਚੈਪਟਰ ਦੇ ਵਿੱਚ ਆਪਾਂ ਆਹੀ ਸਾਰੀਆਂ ਚੀਜ਼ਾਂ ਨੂੰ ਡਿਸਕਸ ਕਰਾਂਗੇ। ਐਡਰੈਸਿੰਗ ਦ ਟੈਲੈਂਟਡ ਕ੍ਰੀਏਟਿਵ ਸਪੈਸ਼ਲੀ ਏਬਲਡ ਲਰਨਰਸ। ਕਿ ਆਪਾਂ ਜਦੋਂ ਪੜ੍ਹਾ ਰਹੇ ਹੁੰਨੇ ਆ, ਆਪਾਂ ਨੂੰ ਕੀ ਲੋੜ ਹੈਗੀ ਆ ਕਿ ਜਿਹੜੇ ਕਿ ਬੱਚੇ ਹੁਸ਼ਿਆਰ ਨੇ ਉਹਨਾਂ ਦੇ ਧਿਆਨ ਦਈਏ। ਉਹ ਤਾਂ ਆਪਣੇ ਆਪ ਹੀ ਪੜ੍ਹ ਲੈਣਗੇ, ਸੋ ਆਪਾਂ ਨੂੰ ਕੀ ਲੋੜ ਹੈਗੀ ਆ। ਸੋ ਆਪਾਂ ਜਦੋਂ ਉਹਨਾਂ ਤੇ ਧਿਆਨ ਦੇਵਾਂਗੇ ਤੇ ਕੀ ਪਤਾ ਉਹ ਕੁਝ ਹੋਰ ਵੀ ਵੱਡਾ ਅਚੀਵ ਕਰ ਸਕਦਾ ਸੀਗਾ, ਬਟ ਆਪਣੇ ਧਿਆਨ ਨਾ ਦੇਣ ਕਰਕੇ ਉਹ ਬੱਚਾ ਕੀ ਹੋ ਗਿਆ ਜੀ, ਉਹ ਬੱਚਾ ਸਲੋ ਲਰਨਰ ਬਣਨਾ ਸ਼ੁਰੂ ਹੋ ਗਿਆ ਸੀਗਾ, ਜਾਂ ਫਿਰ ਉਹਦਾ ਜਿਹੜਾ ਟੈਲੈਂਟ ਸੀਗਾ ਉਸ ਲੈਵਲ ਤੇ ਅਚੀਵ ਨਹੀਂ ਕਰ ਹੋਇਆ ਜਿਸ ਲੈਵਲ ਤੇ ਉਹ ਕਰ ਸਕਦਾ ਸੀਗਾ, ਸਿਰਫ ਇੱਕ ਟੀਚਰ ਦੀ ਮਿਸਟੇਕ ਕਰਕੇ। ਸੋ ਜਿਹਦੇ ਕਰਕੇ ਇਹ ਜਿਹੜਾ ਟੌਪਿਕ ਹੈਗਾ ਜੀ ਤੁਹਾਡੇ ਸਿਲੇਬਸ ਵਿੱਚ ਇਨਕਲੂਡ ਕੀਤਾ ਹੋਇਆ ਕਿ ਜਿਹੜੇ ਟੈਲੈਂਟਡ ਬੱਚੇ ਹੁੰਦੇ ਨੇ, ਕ੍ਰੀਏਟਿਵ ਬੱਚੇ ਹੁੰਦੇ ਨੇ, ਸਪੈਸ਼ਲੀ ਏਬਲਡ ਜਿਹੜੇ ਬੱਚੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਉਹਨਾਂ ਦੀ ਜਿਹੜੀ ਪਛਾਣ ਹੈਗੀ ਆ ਤੁਸੀਂ ਉਹ ਕਿਵੇਂ ਕਰ ਸਕਦੇ ਹੋ ਤੇ ਉਹਨਾਂ ਦੀ ਨੀਡਸ ਦੇ ਅਕੋਰਡਿੰਗ ਉਹਨਾਂ ਨੂੰ ਜਿਹੜਾ ਪੋਲਿਸ਼ ਜਿਹੜਾ ਕੰਮ ਕਰਨ ਦਾ ਕੰਮ ਹੈਗਾ ਜੀ, ਪੋਲਿਸ਼ ਕਰਨ ਦਾ ਕੰਮ ਉਹਨਾਂ ਨੂੰ, ਕਿ ਉਹਨਾਂ ਦੇ ਜਿਹੜੇ ਵੀ ਟੈਲੈਂਟ ਹੈਗਾ ਉਹਨੂੰ ਬਾਹਰ ਕਿਵੇਂ ਕੱਢਣਾ। ਸੋ ਇਹ ਜਿਹੜਾ ਕੰਮ ਹੈਗਾ ਇਸ ਚੈਪਟਰ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਕਰ ਸਕਦੇ ਹੋ। ਲਰਨਿੰਗ ਐਂਡ ਪੈਡਾਗੋਜੀ, ਜਿਹਦੇ ਵਿੱਚ ਆਪਾਂ ਮੇਨਲੀ ਪੜਾਂਗੇ ਕਿ ਜਿਹੜੇ ਬੱਚੇ ਨੇ ਉਹ ਸੋਚਦੇ ਕਿਵੇਂ ਨੇ ਤੇ ਲਰਨ ਕਿਵੇਂ ਕਰਦੇ ਨੇ ਦੂਜੀਆਂ ਚੀਜ਼ਾਂ ਨੂੰ, ਤੇ ਜਿਹੜੇ ਬੱਚੇ ਹੁੰਦੇ ਨੇ ਉਹ ਸਕੂਲਾਂ ਦੇ ਵਿੱਚ ਕਿਉਂ ਫੇਲ ਹੋ ਜਾਂਦੇ ਨੇ, ਕੀ ਕਾਰਨ ਹੁੰਦੇ ਨੇ। ਜਿਹੜੀ ਬੇਸਿਕ ਪ੍ਰੋਸੈਸ ਹੈਗੀ ਆ ਟੀਚਿੰਗ ਐਂਡ ਲਰਨਿੰਗ ਦੀ, ਆਪਾਂ ਕਿਹੜੇ ਮੈਥਡ ਦੀ ਵਰਤੋਂ ਕਰੀਏ ਕਿ ਜਿਹੜਾ ਟੀਚਿੰਗ ਐਂਡ ਲਰਨਿੰਗ ਪ੍ਰੋਸੈਸ ਹੈਗਾ ਇਹਨੂੰ ਆਪਾਂ ਬਹੁਤ ਹੀ ਚੰਗੇ ਤਰੀਕੇ ਨਾਲ ਕਰ ਸਕੀਏ। ਚਿਲਡਰਨ ਐਜ਼ ਅ ਪ੍ਰੋਬਲਮ ਸੋਲਵਰ, ਕਿ ਬੱਚੇ ਨੂੰ ਆਪਾਂ ਇਹੋ ਜਿਹਾ এনवायरमेंट ਵਿਖਾਈਏ ਜਿਹਦੇ ਵਿੱਚ ਉਹ ਬੱਚਾ ਆਪਣੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਜਾਂ ਫਿਰ ਕੋਈ ਵੀ ਮੈਥ ਦੀ ਪ੍ਰੋਬਲਮ ਹੋ ਸਕਦੀ ਆ ਉਹ ਖੁਦ ਹੀ ਸੋਲਵ ਕਰੇ। ਤੇ ਐਜ਼ ਅ ਸਾਇੰਟਿਫਿਕ ਇਨਵੈਸਟੀਗੇਟਰ, ਭਾਵ ਕਿ ਜਦੋਂ ਬੱਚਾ ਖੁਦ ਕਰਕੇ ਸਿੱਖਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਜਿਹੜੀ ਚੀਜ਼ ਹੈਗੀ ਆ ਉਹ ਚੰਗੀ ਤਰ੍ਹਾਂ ਯਾਦ ਹੋ ਜਾਂਦੀ ਆ। ਇਹਦੇ ਬਾਰੇ ਵੀ ਡਿਸਕਸ ਕਰਾਂਗੇ। ਅਲਟਰਨੇਟਿਵ ਕਨਸੈਪਸ਼ਨਸ ਆਫ ਲਰਨਿੰਗ ਇਨ ਚਿਲਡਰਨ, ਅੰਡਰਸਟੈਂਡਿੰਗ ਚਿਲਡਰਨਸ ਐਰਰ ਐਜ਼ ਸਿਗਨੀਫਿਕੈਂਟ ਸਟੈਪ ਇਨ ਲਰਨਿੰਗ ਪ੍ਰੋਸੈਸ। ਕਿ ਟੀਚਿੰਗ ਲਰਨਿੰਗ ਪ੍ਰੋਸੈਸ ਦੇ ਵਿੱਚ ਆਪਾਂ ਇਹ ਵੀ ਵੇਖਦੇ ਹਾਂ ਕਿ ਬੱਚੇ ਕਿੱਥੇ ਗਲਤੀਆਂ ਕਰ ਰਹੇ ਨੇ, ਕਿਹੜੀਆਂ ਮੇਨਲੀ ਜਿਹੜੀਆਂ ਐਰਰਸ ਹੈਗੀਆਂ ਨੇ, ਗਲਤੀਆਂ ਹੈਗੀਆਂ ਆਮ ਤੌਰ ਤੇ ਬੱਚਿਆਂ ਦੁਆਰਾ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਆਪਾਂ ਕੋਗਨੀਸ਼ਨ ਐਂਡ ਇਮੋਸ਼ਨਸ ਬਾਰੇ ਪੜਾਂਗੇ। ਮੋਟੀਵੇਸ਼ਨ ਦੀ ਵੀ ਕਾਫੀ ਇੰਪੋਰਟੈਂਸ ਹੈਗੀ ਆ। ਕਈ ਵਾਰ ਇੱਥੋਂ ਜਿਹੜਾ ਪ੍ਰਸ਼ਨ ਹੈ ਤੁਹਾਨੂੰ ਵੇਖਣ ਨੂੰ ਮਿਲਦਾ ਹੈ, ਫੈਕਟਰ ਕੰਟਰੀਬਿਊਟਿੰਗ ਟੂ ਲਰਨਿੰਗ ਪਰਸਨਲ ਐਂਡ এনवायरमेंटल, ਕਿ ਜਿਹੜੇ ਫੈਕਟਰ ਹੈਗੇ ਨੇ ਲਰਨਿੰਗ ਨੂੰ ਪ੍ਰਭਾਵਿਤ ਕਰਦੇ ਨੇ। ਜਿਹੜੀ ਤੁਹਾਡੀ ਕਲਾਸ ਹੋਏਗੀ, ਤੁਹਾਡੇ ਕਲਾਸ ਦੇ ਬੱਚੇ ਹੋਣਗੇ, ਮਤਲਬ ਉਹਨਾਂ ਦੇ এনवायरमेंट ਨੂੰ ਕਿਹੜੀਆਂ-ਕਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਪ੍ਰਭਾਵਿਤ ਕਰਦੀਆਂ ਨੇ ਕਿਸੇ ਬੱਚੇ ਦੀ ਲਰਨਿੰਗ ਨੂੰ। ਇਸੇ ਤਰ੍ਹਾਂ ਹੀ ਜੇਕਰ ਆਪਾਂ ਪੰਜਾਬੀ ਪੈਡਾਗੋਜੀ ਦੀ ਗੱਲ ਕਰਦੇ ਹਾਂ
ਪੰਜਾਬੀ ਪੈਡਾਗੋਜੀ ਦੇ ਵਿੱਚ ਜਿਹੜੀ ਪੈਡਾਗੋਜੀ ਪੁੱਛੀ ਜਾਂਦੀ ਹੈ ਲਗਭਗ ਇਹਨਾਂ ਟੌਪਿਕਸ ਤੋਂ ਹੀ ਸੰਬੰਧਿਤ ਹੁੰਦੀ ਹੈ। ਬਟ ਚਲੋ ਫਿਰ ਵੀ ਆਪਾਂ ਇੱਕ ਵਾਰ ਡਿਸਕਸ ਕਰ ਲੈਂਦੇ ਹਾਂ ਕਿ ਪਹਿਲਾਂ ਤਾਂ ਦੋ ਕੰਪਰੀਹੈਂਸ਼ਨ ਬਾਰੇ ਆਪਾਂ ਗੱਲ ਕਰ ਚੁੱਕੇ ਸੀਗੇ, ਲਰਨਿੰਗ ਐਂਡ ਐਕੁਆਜੀਸ਼ਨ, ਕਿ ਬੱਚਾ ਜਿਹੜਾ ਹੈਗਾ ਉਹ ਲੈਂਗੁਏਜ ਲਰਨ ਕਰਦਾ ਹੈ ਜਾਂ ਫਿਰ ਐਕਵਾਇਰ ਕਰਦਾ ਹੈ। ਪ੍ਰਿੰਸੀਪਲ ਕੀ ਨੇ ਲੈਂਗੁਏਜ ਟੀਚਿੰਗ ਦੇ, ਰੋਲ ਆਫ ਲਿਸਨਿੰਗ ਐਂਡ ਸਪੀਕਿੰਗ, ਕਿ ਜਿਹੜੇ ਰੋਲ ਹੈਗੇ ਨੇ ਸੁਣਨ ਦੇ ਬੋਲਣ ਦੇ ਇਹ ਕੀ ਨੇ, ਫੰਕਸ਼ਨ ਆਫ ਲੈਂਗੁਏਜ ਐਂਡ ਹਾਊ ਚਿਲਡਰਨ ਯੂਜ਼ ਇਟ ਐਜ਼ ਅ ਟੂਲ, ਜਿਹੜੇ ਇੱਕ ਲੈਂਗੁਏਜ ਜਿਹੜੀਆਂ ਸਕਿੱਲਸ ਹੁੰਦੀਆਂ ਨੇ LSRW ਜਿਹਨੂੰ ਆਪਾਂ ਕਹਿੰਦੇ ਆ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ, ਇਹ ਸਕਿੱਲਸ ਨੂੰ ਬੱਚਾ ਕਿਵੇਂ ਸਿੱਖਦਾ ਹੈ। ਚੈਲੰਜਸ ਕੀ ਕੁਝ ਆਉਂਦੇ ਨੇ ਜਦੋਂ ਬੱਚੇ ਨੇ ਲੈਂਗੁਏਜ ਨੂੰ ਸਿੱਖਣਾ ਹੁੰਦਾ ਹੈ ਡਾਈਵਰਸ ਕਲਾਸਰੂਮ ਦੇ ਵਿੱਚ, ਭਾਵ ਜਦੋਂ ਬੱਚਾ ਆ ਜਾਂਦਾ ਕਲਾਸ ਦੇ ਵਿੱਚ ਉੱਥੇ ਜਿਹੜਾ ਉਹਨੂੰ ਕਲਾਸਰੂਮ ਵੇਖਣ ਨੂੰ ਮਿਲਦਾ ਹੈ, ਤਰ੍ਹਾਂ ਦੇ ਉੱਥੇ ਬੱਚੇ ਵੇਖਣ ਨੂੰ ਮਿਲਦੇ ਨੇ, ਉੱਥੇ ਜਿਹੜਾ ਬੱਚਾ ਹੈ ਲੈਂਗੁਏਜ ਨੂੰ ਕਿਵੇਂ ਸਿੱਖਦਾ ਹੈ, ਉੱਥੇ ਟੀਚਰ ਨੂੰ ਕੀ ਕੁਝ ਸਮੱਸਿਆਵਾਂ ਆਉਂਦੀਆਂ ਨੇ, ਲੈਂਗੁਏਜ ਡਿਫਿਕਲਟੀਜ਼, ਐਰਰ ਐਂਡ ਡਿਸਆਰਡਰਸ, ਕਿ ਕੁਝ ਬੱਚਿਆਂ ਨੂੰ ਡਿਸਆਰਡਰਸ ਵੀ ਹੁੰਦੇ ਨੇ, ਪੜ੍ਹਨ ਦੇ ਵਿੱਚ ਤਕਲੀਫ ਹੁੰਦੀ ਹੈ, ਲਿਖਣ ਦੇ ਵਿੱਚ ਤਕਲੀਫ ਹੁੰਦੀ ਹੈ, ਉਹਨਾਂ ਦੀਆਂ ਜਿਹੜੀਆਂ ਫਾਈਨ ਮੋਟਰ ਸਕਿੱਲਸ ਹੁੰਦੀਆਂ ਉਹਦੇ ਵਿੱਚ ਕਈ ਵਾਰ ਪ੍ਰੋਬਲਮਸ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਕਿਵੇਂ ਸੁਧਾਰ ਸਕਦੇ ਹੋ। ਐਂਡ ਜਿਹੜੀਆਂ ਟੀਚਿੰਗ ਲਰਨਿੰਗ ਏਡਸ ਹੁੰਦੀਆਂ ਨੇ, ਟੀਚਿੰਗ ਲਰਨਿੰਗ ਜਿਹੜੇ ਮਟੀਰੀਅਲਸ ਹੁੰਦੇ ਨੇ ਜਿਵੇਂ ਕਿ ਤੁਹਾਡੀਆਂ ਟੈਕਸਟ ਬੁੱਕਸ ਹੋ ਗਈਆਂ, ਮਲਟੀਮੀਡੀਆ ਮਟੀਰੀਅਲਸ ਹੋ ਗਏ, ਮਲਟੀਲਿੰਗੁਅਲ ਰਿਸੋਰਸਿਸ ਆਫ ਕਲਾਸਰੂਮ ਹੋ ਗਏ ਜੀ, ਇਹਨਾਂ ਦੀ ਕੀ ਸਿਗਨੀਫੀਕੈਂਸ ਹੈਗੀ ਆ ਸਟੂਡੈਂਟ ਦੀ ਲਾਈਫ ਵਿੱਚ। ਰਿਮੀਡੀਅਲ ਟੀਚਿੰਗ ਬਾਰੇ ਵੀ, ਜਿਵੇਂ ਕਿ ਬੱਚਾ ਕੋਈ ਪਿੱਛੇ ਰਹਿ ਗਿਆ, ਤੁਸੀਂ ਉਹਨਾਂ ਦੇ ਸੁਧਾਰ ਲਈ ਜਿਹੜੀਆਂ ਕਲਾਸਿਸ ਵਗੈਰਾ ਲਗਾਉਣੇ ਹੋ ਜੀ, ਉਹਨਾਂ ਨੂੰ ਆਪਾਂ ਰਿਮੀਡੀਅਲ ਟੀਚਿੰਗ ਦਾ ਨਾਮ ਦਿੰਦੇ ਆ। ਸੋ ਇਹ ਜਿਹੜੇ ਸਾਰੇ ਟੌਪਿਕਸ ਨੇ ਪੰਜਾਬੀ ਵਿੱਚ ਵੀ ਵੇਖਣ ਨੂੰ ਮਿਲਦੇ ਨੇ ਤੇ ਅੰਗਰੇਜ਼ੀ ਵਿੱਚ ਵੀ ਇਹ ਸੇਮ ਟੌਪਿਕਸ ਹੀ ਹੁੰਦੇ ਨੇ, ਤੇ ਇਹ ਸਾਰੇ ਟੌਪਿਕ ਤੁਹਾਡੇ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਵਿੱਚ ਹੀ ਲਏ ਗਏ ਹੁੰਦੇ ਨੇ। ਸੋ ਇਹਨਾਂ ਚੈਪਟਰਸ ਦੀ ਆਪਾਂ ਜਿਹੜੀਆਂ ਕਲਾਸਿਸ ਨੇ ਜੀ ਉਹ ਛੇਤੀ ਹੀ ਸ਼ੁਰੂ ਕਰਨ ਜਾ ਰਹੇ ਹਾਂ। ਮੇਰੇ ਵੱਲੋਂ ਕੋਸ਼ਿਸ਼ ਤਾਂ ਇਹੀ ਹੋਊਗੀ ਕਿ ਲਗਭਗ ਤੁਹਾਨੂੰ 8 ਤੋਂ ਲੈ ਕੇ 10 ਮਿੰਟਾਂ ਦੀ ਜਿਹੜੀ ਵੀਡੀਓ ਹੈਗੀ ਆ ਜੀ, ਡੇਲੀ ਦੀ ਇੱਕ ਸ਼ਾਰਟ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇ। ਜੇਕਰ ਆਪਾਂ ਮੰਨ ਕੇ ਵੀ ਚੱਲਦੇ ਹਾਂ ਕਿ ਤੁਹਾਡਾ 2-3 ਮਹੀਨਿਆਂ ਨੂੰ ਤੁਹਾਡਾ ਜਿਹੜਾ ਪੇਪਰ ਹੈ PS ਟੈਟ ਦਾ ਉਹ ਹੋਵੇਗਾ, ਆਪਾਂ ਜਸਟ ਮੰਨ ਰਹੇ ਹਾਂ, ਮੈਨੂੰ ਨਹੀਂ ਪਤਾ ਵੀ ਪੇਪਰ ਕਦੋਂ ਹੋਣਾ, ਜਸਟ ਆਪਾਂ ਮੰਨ ਲੈਂਦੇ ਹਾਂ ਕਿ 2-3 ਮਹੀਨਿਆਂ ਬਾਅਦ ਵੀ ਜਿਹੜਾ ਤੁਹਾਡਾ ਪੇਪਰ ਹੈਗਾ ਉਹ ਹੋਊਗਾ, ਤੇ ਆਪਣੇ ਕੋਲ 2-3 ਮਹੀਨਿਆਂ ਤੱਕ ਜਿਹੜਾ ਤੁਹਾਡੇ ਕੋਲ ਪੜ੍ਹਨ ਲਈ ਜਿਹੜਾ ਕੰਟੈਂਟ ਹੈਗਾ, ਜਿਹੜਾ ਮਟੀਰੀਅਲ ਹੈਗਾ ਜੀ, ਇਹ ਕਾਫੀ ਜ਼ਿਆਦਾ ਇਕੱਠਾ ਹੋ ਜਾਊਗਾ। ਐਟ ਲਾਸਟ ਮੈਂ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤਾਂ ਮੈਂ ਪ੍ਰੋਵਾਈਡ ਨਹੀਂ ਕਰਵਾ ਸਕਦਾ ਇੱਕ ਦਿਨ ਦੇ ਵਿੱਚ। ਸੋ ਜੇਕਰ ਆਪਾਂ ਹੁਣ ਹੀ ਥੋੜਾ ਜਿਹੜਾ ਮਟੀਰੀਅਲ ਹੈਗਾ ਜੇਕਰ ਆਪਾਂ ਪੜ੍ਹਦੇ ਰਹੀਏ, ਰਿਵੀਜ਼ਨ ਕਰਦੇ ਰਹੀਏ, ਨੋਟਸ ਬਣਾਉਂਦੇ ਰਹੀਏ, ਤੇ ਆਪਾਂ ਕਾਫੀ ਵਧੀਆ ਜਿਹੜੀ ਪ੍ਰਿਪਰੇਸ਼ਨ ਹੈਗੀ ਆ PS ਟੈਟ ਦੀ ਉਹ ਕਰ ਸਕਦੇ ਹਾਂ, ਕਿਉਂਕਿ ਮੈਂ ਤਾਂ ਜਸਟ ਤੁਹਾਨੂੰ ਗਾਈਡ ਹੀ ਕਰਨਾ, ਪੜ੍ਹਨ ਦਾ ਕੰਮ ਜਿਹੜਾ ਹੈ ਉਹ ਤੁਸੀਂ ਹੀ ਕਰਨਾ ਹੈ। ਅਦਰਵਾਈਜ਼ ਆਪਣੇ ਚੈਨਲ ਤੇ ਤੁਹਾਨੂੰ ਹੋਰ ਵੀ ਜਿਹੜੀਆਂ ਵੀਡੀਓਜ਼ ਨੇ ਪ੍ਰੀਵੀਅਸ ਈਅਰ ਦੀਆਂ ਉਹ ਵੀ ਮੈਂ ਲਾਸਟ ਟਾਈਮ ਵੀ ਬਣਾਈਆਂ ਸੀਗੀਆਂ, ਉਹਨਾਂ ਨੂੰ ਵੇਖ ਕੇ ਵੀ ਕਾਫੀ ਸਾਰੇ ਜਿਹੜੇ ਸਟੂਡੈਂਟਸ ਹੈਗੇ ਜੀ ਉਹਨਾਂ ਦਾ ਐਗਜ਼ਾਮ ਕਲੀਅਰ ਹੋ ਗਿਆ ਸੀਗਾ PS ਟੈਟ ਦਾ, ਪੇਪਰ 1 ਐਂਡ ਪੇਪਰ 2। ਸੋ ਆਪਣੇ ਚੈਨਲ ਤੇ ਜੋ ਕੁਝ ਵੀ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਸਾਰਾ ਕੁਝ ਫ੍ਰੀ ਆਫ ਕਾਸਟ ਹੀ ਹੁੰਦਾ ਹੈ, ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਵੀ ਕੋਈ ਪੈਸੇ ਨਹੀਂ ਲੱਗਦੇ। ਸੋ ਪਲੀਜ਼ ਮੇਕ ਸ਼ੋਰ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ, ਕਿਉਂਕਿ ਕਈ ਵਾਰ ਮੈਂ ਇਹੋ ਜਿਹੀਆਂ ਇੰਟਰਸਟਿੰਗ ਐਂਡ ਇਨਫੋਰਮੇਟਿਵ ਵੀਡੀਓਜ਼ ਬਣਾਉਂਦਾ ਹੁੰਨਾ ਤੇ ਤੁਹਾਨੂੰ ਉਹਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਨਹੀਂ ਮਿਲਦੀ। ਕਿਉਂ ਨਹੀਂ ਮਿਲਦੀ? ਕਿਉਂਕਿ ਤੁਸੀਂ ਜਿਹੜਾ ਇਹ ਚੈਨਲ ਹੈਗਾ ਉਹ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ, ਤੇ ਸਬਸਕ੍ਰਾਈਬ ਵਾਲਾ ਜਿਹੜਾ ਬਟਨ ਹੈਗਾ ਜੀ ਤੁਸੀਂ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ। ਐਂਡ ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਉਮੀਦ ਮੈਂ ਇਹੀ ਕਰੂੰਗਾ ਇਹ ਵੀਡੀਓ ਤੁਹਾਡੇ ਲਈ ਯੂਸਫੁਲ ਜ਼ਰੂਰ ਰਹੀ ਹੋਊਗੀ। ਜੇਕਰ ਯੂਸਫੁਲ ਰਹੀ ਸੀ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ ਆਲ।